ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਗਰੇ ਸਿੱਖਨ ਸੁਨਿਓ ਪ੍ਰਸੰਗ ਵਾਹਿਗੁਰੂ। ਧੰਨ ਗੁਰੂ ਕਹਿ ਸ਼ਰਧਾ ਸੰਗ। ਕੇਤਿਕ ਦਿਨ ਰਹਿ ਗਇਓ ਤਿਲੋਕਾ ਸਿੱਖ ਕਟਾਰੂ ਦਰਸ ਬਿਲੋਕਾ। ਸਗਰੇ ਸਿੱਖਨ ਸੁਨਿਓ ਪ੍ਰਸੰਗ ਧੰਨ ਗੁਰੂ ਕਹਿ ਸ਼ਰਧਾ ਸੰਗ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਉੱਤੇ ਭਰੋਸਾ ਵੱਧ ਜਾਵੇ ਇਹ ਵੀ ਜ਼ਿੰਦਗੀ ਦੀ ਕਾਮਯਾਬੀ ਹੈ। ਇਹ ਵੀ ਇੱਕ ਸਫਲਤਾ ਹੈ। ਇਹ ਵੀ ਇੱਕ ਅਵਸਥਾ ਹੈ ਆਪਣੇ ਜੀਵਨ ਵਿੱਚ ਆਪਣੇ ਗੁਰੂ ਤੇ ਭਰੋਸਾ ਵੱਧ ਜਾਣਾ ਜੀ। ਤੁਸੀਂ ਭਾਈ ਤਰਲੋਕਾ ਜੀ ਦਾ ਜੀਵਨ ਸੁਣਿਆ, ਭਾਈ ਤਰਲੋਕਾ ਜੀ ਦਾ ਪ੍ਰਸੰਗ ਸੁਣਿਆ।
ਭਾਈ ਤਰਲੋਕਾ ਜੀ ਨੂੰ ਗੁਰੂ ਸਾਹਿਬ ਤੇ ਕਿੰਨਾ ਭਰੋਸਾ ਹੈ ਜੀ, ਕਿੰਨਾ ਭਰੋਸਾ ਹੈ, ਉਹ ਤੁਸੀਂ ਕੱਲ ਸਾਖੀ ਸਰਵਣ ਕੀਤੀ ਜੀ। ਭਾਈ ਤਰਲੋਕਾ ਜੀ ਦਾ ਮਨ ਸੰਸਾਰ ਤੋਂ ਕਲਪਿਆ ਹੋਇਆ ਸੀਗਾ ਜੀ, ਕਲੇ ਕਲੇਸ਼ ਵਿੱਚ ਮਨ ਸੀਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ, ਆ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਮਿਹਰ ਕਰੋ, ਉਪਦੇਸ਼ ਦਿਓ। ਮਹਾਰਾਜ ਨੇ ਉਪਦੇਸ਼ ਦਿੱਤਾ ਜੀ। ਉਹ ਉਪਦੇਸ਼ ਆਪ ਜੀ ਨੇ ਕੱਲ ਸੁਣਿਆ ਵੀ। ਮਹਾਰਾਜ ਕਹਿਣ ਲੱਗੇ, ਤਰਲੋਕਾ ਜੀ ਜਿੱਥੇ ਵਾਹਿਗੁਰੂ ਦਾ ਨਾਮ ਦਿਨ ਰਾਤ ਹੀ ਜਪਣਾ ਹੈ, ਉੱਥੇ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਹੈ। ਉਹ ਬਚਨ ਕਿਹੜੇ ਸਨ? ਕੱਲ ਤੁਸੀਂ ਸਰਵਣ ਕੀਤੇ ਸਨ ਜੀ। ਚੇਤਾ ਰੱਖਿਓ, ਕਮਾਈ ਬੰਦਾ ਕਰ ਲਵੇ, ਜੇ ਕਮਾਈ ਨੂੰ ਸਾਂਭਣ ਦੀ ਜਾਚ ਨਹੀਂ ਨਾ ਹੈਗੀ, ਛੇਤੀ ਕੰਗਾਲ ਹੋ ਜਾਏਗਾ ਜੀ। ਰਾਸ ਪੂੰਜੀ ਨੂੰ ਸਾਂਭ ਕੇ ਰੱਖਣਾ ਬੜੀ ਵੱਡੀ ਗੱਲ ਹੁੰਦੀ ਹੈ ਜੀ। ਮਹਾਰਾਜ ਜੀ ਨੇ ਦੱਸਿਆ, ਨਾਮ ਜਪਣ ਦੇ ਨਾਲ ਨਾਲ ਪਰਹੇਜ਼ ਕਾਹਦੇ ਕਰਨੇ ਆ ਜੀ। ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਕਦੀ ਪਰਮੇਸ਼ਰ ਦੇ ਵਿੱਚ ਦੋਸ਼ ਨਹੀਂ ਕੱਢਣਾ, ਦੂਜਿਆਂ ਦਾ ਵੀ ਭਲਾ ਕਰਨਾ ਹੈ। ਭਾਈ ਤਰਲੋਕਾ ਜੀ ਨੇ ਉਪਦੇਸ਼ ਸੁਣਿਆ, ਹਿਰਦੇ 'ਚ ਵਸ ਗਿਆ। ਤੇ ਭਾਈ ਤਰਲੋਕਾ ਜੀ ਉਹ ਗੁਰਸਿੱਖਾਂ ਵਿੱਚੋਂ ਨੇ ਜਿਨ੍ਹਾਂ ਨੇ ਉਪਦੇਸ਼ ਸੁਣਿਆ ਤੇ ਉਪਦੇਸ਼ ਦੀ ਕਮਾਈ ਕਰਨੀ ਵੀ ਸ਼ੁਰੂ ਕੀਤੀ ਜੀ। ਫਿਰ ਲੱਗ ਪਏ ਜੀ, ਡਟ ਗਏ ਜੀ, ਲੱਕ ਬੰਨ੍ਹ ਲਿਆ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਭਗਤੀ ਕਰਨ ਵਾਸਤੇ ਜੀ। ਤੇ ਫਿਰ ਕੀ ਸੀਗਾ, ਭਗਤੀ ਕਰਦਿਆਂ ਕਰਦਿਆਂ ਮਨ ਕੋਮਲ ਹੋ ਗਿਆ ਜੀ। ਹਿਰਣੀ ਨੂੰ ਮਾਰੀ ਤਲਵਾਰ ਸ਼ਿਕਾਰ ਖੇਡਦਿਆਂ, ਉਹ ਗਰਭਵਤੀ ਸੀ, ਹਿਰਣੀ ਵੀ ਮਰੀ, ਉਹਦੇ 2 ਬੱਚੇ ਵੀ ਮਰ ਗਏ ਜੀ। ਭਾਈ ਤਰਲੋਕਾ ਜੀ ਦਾ ਮਨ ਪਸੀਜ ਗਿਆ। ਮਨ ਵਿੱਚ ਸੋਚਿਆ, ਮੈਂ ਤਲਵਾਰ ਰੱਖਣੀ ਨਹੀਂ, ਪਰ ਲੱਕੜ ਦੀ ਤਲਵਾਰ ਫਿਰ ਰੱਖਣੀ ਪਈ ਜੀ ਕੋਲ। ਚੁਗਲਖੋਰ ਨੇ ਮੁਗਲ ਬਾਦਸ਼ਾਹ ਨੂੰ ਚੁਗਲੀ ਕੀਤੀ, ਭਾਈ ਤਰਲੋਕਾ ਤੇ ਲੱਕੜ ਦੀ ਤਲਵਾਰ ਰੱਖ ਰਿਹਾ ਕੋਲ। ਤੇ ਕੱਲ ਤੁਸੀਂ ਸੁਣਿਆ, ਜਦੋਂ ਫਿਰ ਸੰਗਤ ਜੀ ਮੁਗਲ ਬਾਦਸ਼ਾਹ ਨੇ ਭਾਈ ਤਰਲੋਕੇ ਦੀ ਕਿਰਪਾਨ ਵੇਖਿਆ, ਭਾਈ ਤਰਲੋਕੇ ਨੂੰ ਗੁਰੂ ਸਾਹਿਬ ਤੇ ਭਰੋਸਾ ਸੀਗਾ, ਮਹਾਰਾਜ ਜੀ ਨੂੰ ਯਾਦ ਕਰਕੇ ਤਲਵਾਰ ਕੱਢੀ, ਪਾਈ ਤੇ ਲੱਕੜ ਦੀ ਸੀ, ਵਿੱਚ ਨਿਕਲੀ ਲੋਹੇ ਦੀ ਜੀ। ਇੱਜ਼ਤ ਰਹਿ ਗਈ। ਚੁਗਲੀ ਕਰਨ ਵਾਲੇ ਦਾ ਮੂੰਹ ਕਾਲਾ ਕਰਕੇ ਉਹਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਗਿਆ ਜੀ। ਇਹ ਕੀ ਹੈ? ਇਹ ਗੁਰੂ ਜੀ ਤੇ ਪੂਰਨ ਭਰੋਸਾ ਹੈਗਾ ਜੀ। ਹਾਂਜੀ, ਬਾਣੀ 'ਚ ਮਹਾਰਾਜ ਲਿਖਦੇ ਨਾ, ਤੁਮਰੀ ਆਸ ਭਰੋਸਾ ਤੁਮਰਾ। ਹੇ ਵਾਹਿਗੁਰੂ, ਮੈਨੂੰ ਆਸ ਵੀ ਤੁਹਾਡੀ, ਮੈਨੂੰ ਭਰੋਸਾ ਵੀ ਤੁਹਾਡਾ ਹੀ ਹੈ। ਇਹ ਸਾਨੂੰ ਮਹਾਰਾਜ ਸਿੱਖਿਆ ਦਿੰਦੇ, ਸਿੱਖੋ ਆਸ ਵੀ ਆਪਣੇ ਮਾਲਕ ਤੇ ਰੱਖਣੀ ਤੇ ਭਰੋਸਾ ਵੀ ਮਾਲਕ ਪਰਮੇਸ਼ਰ ਉੱਤੇ ਰੱਖਣਾ ਹੈ। ਭਰੋਸੇ ਵਾਲਿਆਂ ਦੇ ਬੇੜੇ ਜਿਹੜੇ ਉਹ ਸੰਗਤ ਜੀ ਬੰਨੇ ਲੱਗਦੇ ਆ, ਜਿਨ੍ਹਾਂ ਦਾ ਭਰੋਸਾ ਨਹੀਂ ਹੈਗਾ ਉਹਨਾਂ ਦੇ ਬੇੜੇ ਬੰਨੇ ਨਹੀਂ ਲੱਗਦੇ ਜੀ। ਕਥਾ ਲੰਬੀ ਹੋ ਜਾਏਗੀ, ਅਗਲਾ ਪ੍ਰਸੰਗ ਅਸੀਂ ਸ਼ੁਰੂ ਕਰਨਾ ਹੈ। ਦੁਨੀ ਚੰਦ ਨੂੰ ਭਰੋਸਾ ਨਹੀਂ ਸੀ ਹੈਗਾ ਜੀ ਕਲਗੀਧਰ ਜੀ ਤੇ ਜੀ। ਪਹਾੜੀਆਂ ਨੇ ਸ਼ਰਾਬ ਪਿਆਈ ਹਾਥੀ ਨੂੰ ਤੇ ਹਾਥੀ ਛੱਡਿਆ ਜੀ, ਫੁਰਨਾ ਬਣਾਇਆ ਜੀ। ਪਹਿਲਾਂ ਇਹ ਸਿੱਖ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਕੱਲ ਉਹਨਾਂ ਸ਼ਰਾਬ ਪਿਆ ਕੇ ਹਾਥੀ ਛੱਡਣਾ। ਤੇ ਮਹਾਰਾਜ ਕੀ ਕਰਨਾ? ਮਹਾਰਾਜ ਕਹਿੰਦੇ ਸਾਡੇ ਕੋਲ ਵੀ ਹਾਥੀ ਹੈਗਾ, ਕਲਗੀਧਰ ਜੀ। ਮਹਾਰਾਜ ਕੌਣ? ਮਹਾਰਾਜ ਕਹਿੰਦੇ ਦੁਨੀ ਚੰਦ। ਦੁਨੀ ਚੰਦ ਨੂੰ ਆਖਿਆ, ਦੁਨੀ ਚੰਦ ਕੱਲ ਮਸਤ ਹਾਥੀ ਨਾਲ ਮੁਕਾਬਲਾ ਤੂੰ ਕਰਨਾ ਹੈ। ਤੇ ਸੰਗਤ ਜੀ, ਦੁਨੀ ਚੰਦ ਨੂੰ ਗੁਰੂ ਜੀ ਉੱਤੇ ਭਰੋਸਾ ਨਹੀਂ ਸੀ ਹੈਗਾ। ਆਖੋ ਵਾਹਿਗੁਰੂ। ਦੁਨੀ ਚੰਦ ਆਪ ਤੇ ਭਗੌੜਾ ਹੋਇਆ ਹੀ ਕਈਆਂ ਦੇ ਮਨ 'ਚ ਸ਼ੰਕੇ ਵੜ ਗਿਆ ਜੀ। ਤੇ ਜੋ ਦੁਨੀ ਚੰਦ ਦਾ ਹੋਇਆ ਭੱਜਣ ਤੋਂ ਬਾਅਦ, ਰਾਤ ਹੀ ਭੱਜ ਗਿਆ ਸੀ ਨਾ, ਮਜੀਠੇ ਦਾ ਰਹਿਣ ਵਾਲਾ ਸੀਗਾ ਜੀ। ਜੋ ਹੋਇਆ ਉਹ ਤੇ ਬੜੀ ਲੰਮੀ ਸਾਖੀ ਹੈ। ਭਰੋਸੇ ਵਾਲੇ ਦੀ ਗੱਲ ਸੁਣਿਓ। ਭਾਈ ਬਚਿੱਤਰ ਸਿੰਘ ਜੀ ਨੂੰ ਮਹਾਰਾਜ ਨੇ ਆਖਿਆ ਜੀ, ਭਾਈ ਬਚਿੱਤਰ ਸਿੰਘ ਜੀ ਗੱਤਕੇ ਦੇ ਪੈਂਤੜੇ ਕੱਢਦੇ ਹੋਏ
ਮਹਾਰਾਜ ਦੇ ਕੋਲ ਆਏ, ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਹਾਡੀ ਮਿਹਰ ਹੋਣੀ ਚਾਹੀਦੀ ਹੈ। ਹਾਥੀ ਕੀੜੀ ਵਰਗਾ ਹੀ ਲੱਗ ਰਿਹਾ ਕਹਿਣ ਲੱਗੇ, ਜਿਨ੍ਹਾਂ ਦਾ ਭਰੋਸਾ ਹੈ ਗੁਰੂ ਜੀ ਤੇ ਜੀ। ਭਾਈ ਤਲੋਕੇ ਜੀ ਨੂੰ ਬੜਾ ਭਰੋਸਾ ਗੁਰੂ ਜੀ ਤੇ ਜੀ। ਹੁਣ ਅੱਗੋਂ ਆਪਾਂ ਕਥਾ ਪ੍ਰਸੰਗ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੇ ਇਕੱਠੇ ਆਖੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਗਰੇ ਸਿੱਖਨ ਸੁਨਿਓ ਪ੍ਰਸੰਗ। ਭਾਈ ਤਲੋਕਾ ਜੀ ਗੁਰੂ ਅਰਜਨ ਦੇਵ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅੰਮ੍ਰਿਤਸਰ ਆਏ ਜੀ। ਸਭ ਸਿੱਖਾਂ ਨੇ ਭਾਈ ਤਲੋਕਾ ਜੀ ਦੇ ਮੁਖੋਂ ਗੱਲ ਸੁਣੀ। ਧੰਨ ਗੁਰੂ ਕਹਿ ਸ਼ਰਧਾ ਸੰਗ। ਭਾਈ ਤਲੋਕਾ ਜੀ ਆ ਕੇ ਗੱਜ ਗੱਜ ਕੇ ਲੋਕਾਂ ਨੂੰ ਦੱਸ ਰਹੇ ਆ, ਦੁਨੀਆ ਦੇ ਲੋਕੋ ਗੁਰੂ ਅਰਜਨ ਦੇਵ ਜੀ ਸੱਚਾ ਪਾਤਸ਼ਾਹ ਆਪ ਰੱਬੀ ਹੈ ਧਰਤੀ ਤੇ। ਕਿਵੇਂ ਮੇਰੀ ਮਦਦ ਕੀਤੀ। ਭਾਈ ਤਲੋਕਾ ਜੀ ਸਭਨਾਂ ਨੂੰ ਦੱਸ ਰਹੇ ਜੀ। ਭਰੋਸੇ ਵਾਲਾ ਯਤਨ ਕਰੇਗਾ ਉਹਦੇ ਵਰਗਾ ਭਰੋਸਾ ਦੂਜਿਆਂ ਦਾ ਵੀ ਪੈਦਾ ਹੋਵੇ ਜੀ। ਦੂਜਿਆਂ ਅੰਦਰ ਵੀ ਐਸਾ ਭਰੋਸਾ ਬਣੇ ਜਿਹੜਾ ਸੁੱਖ ਉਹਨੂੰ ਮਿਲਿਆ ਉਹ ਦੂਜਿਆਂ ਨੂੰ ਵੀ ਉਹ ਮਿਲੇ ਜੀ। ਭਾਈ ਤਲੋਕਾ ਜੀ ਗੱਜ ਗੱਜ ਕੇ ਦੱਸਣ ਜੀ। ਸਿੱਖਾਂ ਨੇ ਜਦੋਂ ਸੁਣਿਆ, ਗੁਰਸਿੱਖਾਂ ਨੂੰ ਬਹੁਤ ਚਾਅ ਬਣਿਆ। ਸਾਰੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਧੰਨ ਧੰਨ ਕਹਿ ਰਹੇ। ਆਪ ਜੀ ਵੀ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਕੇਤਕ ਦਿਨ ਰਹਿ ਗਇਓ ਤਿਲੋਕਾ। ਫਿਰ ਕੁਝ ਦਿਨ ਭਾਈ ਤਲੋਕਾ ਜੀ ਮਹਾਰਾਜ ਦੇ ਕੋਲ ਹੀ ਰਹੇ ਜੀ। ਕਈ ਦਿਨ ਕੋਲ ਰਹੇ ਜੀ। ਐਸੇ ਸਤਿਗੁਰੂ ਜੀ ਨੂੰ ਛੱਡ ਕੇ ਜਾਣ ਦਾ ਜੀ ਨਹੀਂ ਕਰਨ ਦਿਆ ਉਹਨਾਂ ਦਾ ਜੀ। ਫਿਰ ਆਗਿਆ ਲੈ ਕੇ ਚਲੇ ਗਏ ਕਈ ਦਿਨ ਰਹਿ ਕੇ। ਹਾਂਜੀ। ਸਿੱਖ ਕਟਾਰੂ ਦਰਸ ਬਿਲੋਕਾ। ਜਿਵੇਂ ਭਾਈ ਤਲੋਕਾ ਜੀ ਆਏ ਨਾ ਮਹਾਰਾਜ ਕੋਲ, ਇਸੇ ਤਰ੍ਹਾਂ ਭਾਈ ਕਟਾਰੂ ਜੀ ਮਹਾਰਾਜ ਜੀ ਦੇ ਕੋਲ ਆਏ ਜੀ। ਹਾਂਜੀ। ਬੰਦਨ ਕਰੀ ਚਰਨ ਅਰਬਿੰਦ। ਬੰਦਨ ਕਰੀ ਆ ਕੇ ਭਾਈ ਕਟਾਰੂ ਜੀ ਨੇ ਮੱਥਾ ਟੇਕਿਆ ਮਹਾਰਾਜ ਜੀ ਦੇ ਚਰਨ ਕਮਲਾਂ ਤੇ। ਹਾਂਜੀ। ਠਾਡੇ ਹੋਏ ਜਸ ਕਰਿਓ ਬਿਲੰਦ। ਤੇ ਫਿਰ ਨਾ ਜੀ ਖਲੋ ਕੇ ਸਾਹਮਣੇ ਤੇ ਗੁਰੂ ਸਾਹਿਬ ਦੀ ਸਿਫਤ ਕਰਨ ਲੱਗ ਪਏ ਜੀ। ਭਾਈ ਕਟਾਰੂ ਜੀ ਇੰਨੇ ਪਿਆਰ ਵਿੱਚ ਭਰ ਗਏ, ਇੰਨੇ ਪਿਆਰ ਵਿੱਚ ਭਿੱਜ ਗਏ ਐ। ਮਹਾਰਾਜ ਦੇ ਸਾਹਮਣੇ ਖਲੋਤੇ ਤੇ ਸਿਫਤਾਂ ਆਪੇ ਹੀ ਅੰਦਰੋਂ ਨਿਕਲੀ ਆਉਂਦੀਆਂ ਜੀ। ਹਾਂਜੀ। ਬਾਨੋ ਸਹਾਇਕ ਤੁਮ ਜਗ ਨਾਇਕ। ਹੇ ਸੱਚੇ ਪਾਤਸ਼ਾਹ, ਮੈਂ ਭਾਈ ਤਲੋਕੇ ਦੀ ਗੱਲ ਸੁਣੀ ਹੈ। ਮਹਾਰਾਜ ਜਿਵੇਂ ਭਾਈ ਤਲੋਕੇ ਦੀ ਮਦਦ ਕੀਤੀ, ਸਹਾਇਤਾ ਕੀਤੀ, ਮਹਾਰਾਜ ਮੇਰੀ ਵੀ ਉਵੇਂ ਹੀ ਸਹਾਇਤਾ ਕਰਿਓ। ਸੰਗਤ ਜੀ ਚੇਤਾ ਰੱਖਿਓ, ਇੱਕ ਪਿਆਰ ਵਾਲੇ ਦੀ ਗੱਲ ਸੁਣ ਕੇ ਕਈਆਂ ਦੇ ਮਨ ਵਿੱਚ ਪਿਆਰ ਆਉਂਦਾ ਜੀ। ਹਾਂਜੀ। ਸਿੱਖਨ ਕੇ ਗਨ ਬਿਗਨ ਨਸਾਇਕ। ਮਹਾਰਾਜ ਮੈਂ ਸੁਣਿਆ ਤੁਸੀਂ ਸਿੱਖਾਂ ਦੇ ਬਿਗਨ ਨਾਸ਼ ਕਰਦੇ ਹੋ, ਮੇਰੇ ਤੇ ਵੀ ਮਿਹਰ ਕਰੋ, ਮੇਰੇ ਵੀ ਬਿਗਨ ਨਾਸ਼ ਕਰ ਦਿਓ ਮਹਾਰਾਜ। ਹਾਂਜੀ। ਬੂਝਤ ਭਇਓ ਦੇਹੋ ਉਪਦੇਸ਼। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸ ਭਾਈ ਕੀ ਚਾਹੀਦਾ। ਭਾਈ ਕਟਾਰੂ ਜੀ ਨੇ ਕਿਹਾ ਮਹਾਰਾਜ ਹੇ ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਤੁਹਾਡਾ ਉਪਦੇਸ਼ ਚਾਹੀਦਾ ਹੈ। ਮਹਾਰਾਜ ਫਿਰ ਉਪਦੇਸ਼ ਦੇਣ ਲੱਗੇ ਜੀ। ਹਾਂਜੀ। ਜਿਸ ਕਰ ਸਗਰੇ ਮਿਟੈ ਕਲੇਸ਼। ਸੱਚੇ ਪਾਤਸ਼ਾਹ ਐਸਾ ਉਪਦੇਸ਼ ਦਿਓ ਮਹਾਰਾਜ ਮੇਰੀ ਜ਼ਿੰਦਗੀ ਵਿੱਚੋਂ ਵੀ ਕਲੇਸ਼ ਦੂਰ ਹੋ ਜਾਣ। ਸੰਗਤ ਜੀ ਚੇਤਾ ਰੱਖਿਓ, ਕਲੇ ਕਲੇਸ਼ ਛੇਤੀ ਖਹਿੜਾ ਨਹੀਂ ਤੇ ਛੱਡਦੇ ਜੀ। ਬੜੇ ਬੜੇ ਵੱਡੇ ਪਦਵੀਆਂ ਅਹੁਦਿਆਂ ਦੇ ਉੱਤੇ ਬੈਠੇ ਬੰਦੇ ਮੈਂ ਵੇਖੇ ਜਿਹੜੇ ਰੋਂਦੇ ਹੋਏ ਵੇਖੇ ਜੀ ਆਪਣੇ ਘਰ ਦੇ ਕਲੇਸ਼ ਕਰਕੇ ਜੀ। ਰੋਂਦੇ ਹੋਏ ਵੇਖੇ ਜੀ ਮੈਂ। ਭਾਈ ਕਟਾਰੂ ਜੀ ਕਹਿੰਦੇ ਮਹਾਰਾਜ ਕਲੇਸ਼ ਮੁੱਕ ਜਾਣ। ਹਾਂਜੀ। ਸੂਬਾ ਕਾਬਲ ਬਿਖੈ ਰਹਾਈ। ਮਹਾਰਾਜ ਮੈਂ ਕਾਬਲ ਵਿੱਚ ਰਹਿਣਾ ਹੈ ਮਹਾਰਾਜ।
ਕਾਬਲ ਦੇ ਵਿੱਚ ਰਹਿਣਾ ਹੈ। ਭਾਈ ਤਲੋਕਾ ਜੀ ਕਿੱਥੇ ਰਹਿੰਦੇ ਸਨ? ਗਜਨੀ ਵਿੱਚ ਰਹਿੰਦੇ ਸਨ ਜੀ। ਹਾਂਜੀ। ਹੇਤ ਜੀਵਕਾ ਮੈਂ ਧੜਵਾਈ। ਤੇ ਮਹਾਰਾਜ ਗਰੀਬ ਨਵਾਜ, ਮਹਾਰਾਜ ਮੈਂ ਤੋਲਣ ਦਾ ਕੰਮ ਕਰਦਾ ਹਾਂ, ਤੋਲਣ ਦਾ ਕੰਮ ਕਰਦਾ ਹੈ, ਲੋਕਾਂ ਦਾ ਸਮਾਨ ਤੋਲ ਕੇ ਦੇਣਾ ਹੈ, ਰਾਜੇ ਬਾਦਸ਼ਾਹ ਦਾ ਸਮਾਨ ਤੋਲ ਕੇ ਦੇਣਾ ਹੈ, ਤੋਲਣ ਦਾ ਹੀ ਮੇਰਾ ਕੰਮ ਹੈ। ਇਹਦੇ ਨਾਲ ਮੈਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦਾ ਹਾਂ। ਹਾਂਜੀ। ਸਤਿਗੁਰ ਕਹਿਓ ਘਾਟ ਨਹਿ ਦੀਜੈ। ਮਹਾਰਾਜ ਕਹਿਣ ਲੱਗੇ ਸੁਖੀ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਤੇਰਾ ਤੋਲਣ ਦਾ ਕੰਮ ਹੈਗਾ, ਘੱਟ ਨਹੀਂ ਤੋਲਣਾ। ਕਹਿਣ ਲੱਗੇ ਸੰਗਤ ਜੀ, ਬੰਦਾ ਆਪਣੇ ਕੰਮ 'ਚ ਇਮਾਨਦਾਰੀ ਵਰਤੇ, ਸੁਖੀ ਹੋ ਜਾਂਦਾ ਜੀ ਉਹ। ਹਾਂਜੀ। ਸਤਨਾਮ ਕੋ ਸਿਮਰਨ ਕੀਜੈ। ਭਾਈ ਕਟਾਰੂ, ਇੱਕ ਤੇ ਕਿਸੇ ਨੂੰ ਘੱਟ ਨਹੀਂ ਤੋਲਣਾ, ਦੂਜਾ ਸਾਰਾ ਦਿਨ ਵਾਹਿਗੁਰੂ 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 ਸਤਨਾਮ ਸਿਮਰਨ ਕਰਦੇ ਰਹਿਣਾ। ਦੇਹੋ ਦਸੌਂਧ ਗੁਰੂ ਹਿਤ ਸਦਾ। ਜਿੰਨੀ ਤੇਰੀ ਕਮਾਈ ਹੈ ਉਹਦਾ 10ਵਾਂ ਹਿੱਸਾ ਸਦਾ ਹੀ ਦੇਣਾ, ਸਦਾ ਹੀ ਜੀ। ਕਈ ਬੰਦੇ ਸਾਧ ਸੰਗਤ ਜੀ ਸਾਲ ਕ ਦਸਵੰਧ ਕੱਢਦੇ ਹੈ, ਫਿਰ ਨਹੀਂ ਦਸਵੰਧ ਕੱਢਦੇ ਜੀ। ਮਹਾਰਾਜ ਕਹਿਣ ਲੱਗੇ ਸਦਾ ਹੀ ਦਸਵੰਧ ਕੱਢਣਾ ਹੈ। ਹਾਂਜੀ। ਦਾਰਿਦ ਸਦਨ ਹੋਏ ਨਹਿ ਕਦਾ। ਮਹਾਰਾਜ ਵੇਖੋ ਗੁਰੂ ਜੀ ਦਾ ਕਿੱਡਾ ਵੱਡਾ ਬਚਨ ਹੈ। ਗੱਜ ਕੇ ਆਖੋ ਵਾਹਿਗੁਰੂ। ਭਾਈ ਕਟਾਰੂ, ਜੇ ਤੂੰ ਦਸਵੰਧ ਕੱਢੇਗਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਤੇਰੇ ਘਰ ਵਿੱਚ ਕਦੀ ਗਰੀਬੀ ਨਹੀਂ ਆਏਗੀ। ਕਹਿਣ ਲੱਗੇ ਗਰੀਬੀ ਨਹੀਂ ਆਏਗੀ। ਹਾਂਜੀ। ਸੁਨ ਕਰ ਆਪਣੇ ਧਾਮ ਸਿਧਾਰਾ। ਲਓ ਜੀ, ਭਾਈ ਕਟਾਰੂ ਜੀ ਦੇ ਮਨ 'ਚ ਗੱਲਾਂ ਵੜ ਗਈਆਂ ਜੀ, ਵਸ ਗਈਆਂ ਜੀ। ਘਰ ਚਲੇ ਗਏ। ਘਰ ਕਿੱਥੇ ਭਲਾ ਉਹਨਾਂ ਦਾ? ਕਾਬਲ ਵਿੱਚ। ਕਰ ਹੈ ਸਦਾ ਆਪਣੀ ਤਹੰਕਾਰਾ। ਭਾਰ ਤੋਲਣ ਦਾ ਕੰਮ ਕਰਦੇ ਆ, ਸਦਾ ਹੀ ਉਸੇ ਤਰ੍ਹਾਂ ਜਾ ਕੇ ਆਪਣਾ ਕੰਮ ਕਰਨ ਲੱਗ ਪਏ। ਗੁਰ ਗੁਰ ਜਪ ਹੈ ਨਾ ਤੋਲਹਿ ਘਾਟ। ਤੇ ਲਓ ਜੀ, ਜਿਸ ਦਿਨ ਦੇ ਭਾਈ ਕਟਾਰੂ ਜੀ ਆਪਣੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਆਏ, ਜ਼ਿੰਦਗੀ ਬਦਲ ਗਈ ਉਸ ਦਿਨ ਤੋਂ ਜੀ। ਤੋਲਣ ਵਕਤ ਵੀ ਕੀ ਕਹਿੰਦੇ? ਵਾਹਿਗੁਰੂ 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 ਵਾਹਿਗੁਰੂ। ਇਹ ਕੰਮ ਕਰ ਰਹੇ ਜੀ। ਤੇ ਨਾਲ ਨਾ ਤੋਲਦੇ ਆ, ਤੇ ਤੋਲਦੇ ਪੂਰਾ, ਘੱਟ ਨਹੀਂ ਤੋਲਦੇ ਜੀ ਕਿਸੇ ਨੂੰ ਜੀ। ਬੰਦਾ ਨਾਮ ਤੇ ਜਪਦਾ ਜੀ, ਹੇਰਾ ਫੇਰੀਆਂ ਦੁੱਗਣੀਆਂ ਕਰੀ ਜਾਂਦਾ ਜੀ। ਫਿਰ ਕਹਿੰਦਾ ਮੇਰਾ ਮਨ ਨਹੀਂ ਟਿਕਦਾ, ਮੇਰੀ ਅਵਸਥਾ ਨਹੀਂ ਬਣਦੀ। ਭਾਈ ਨਾਮ ਜਪਣਾ ਤੇ ਹੇਰਾ ਫੇਰੀ ਵੀ ਤੇ ਛੱਡਣੀ ਹੈ ਨਾ। ਹਾਂਜੀ। ਏਕ ਬਨਕ ਨੇ ਦੀਨਸ ਬਾਟ। ਗੱਜ ਕੇ ਆਖੋ ਵਾਹਿਗੁਰੂ। ਏਕ ਬਨਕ ਨੇ ਦੀਨਸ ਬਾਟ। ਕਹਿਣ ਲੱਗੇ ਇੱਕ ਬਾਣੀਏ ਨੇ ਭਾਈ ਕਟਾਰੂ ਨੂੰ ਵੱਟਾ ਦਿੱਤਾ, ਤੋਲਣ ਵਾਲਾ ਜੀ। ਹਾਂਜੀ। ਪੈਸੇ ਪੰਚ ਘਾਟ ਸੋ ਆਹਾ। ਹਾਂਜੀ। ਨਹੀਂ ਕਟਾਰੂ ਉਰਮੈ ਲਹਾ। ਉਹ ਬਾਣੀਏ ਨੇ ਕੁਦਰਤੀ ਦੇ ਦਿੱਤਾ ਜਾਂ ਉਹਨੇ ਜਾਣ ਬੁੱਝ ਕੇ ਦਿੱਤਾ। ਉਹਨੇ ਜਿਹੜਾ ਵੱਟਾ ਦਿੱਤਾ ਨਾ ਜੀ, ਉਹ 5 ਪੈਸਿਆਂ ਦਾ ਸਮਾਨ ਘੱਟ ਤੋਲਦਾ ਸੀਗਾ ਜੀ। ਭਾਈ ਕਟਾਰੂ ਜੀ ਨੂੰ ਇਸ ਗੱਲ ਦਾ ਪਤਾ ਨਹੀਂ। ਉਹ ਵਾਹਿਗੁਰੂ 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 ਜਪਦੇ, ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ, ਆਪਣਾ ਕੰਮ ਕਰੀ ਜਾਂਦੇ, ਤੋਲੀ ਜਾਂਦੇ ਜੀ। ਤੋਲ ਤੋਲ ਲੋਕਾਂ ਨੂੰ ਦੇ ਰਹੇ ਆ, ਪਰ 5 ਪੈਸੇ ਘੱਟ ਜੀ। ਹਾਂਜੀ। ਨਿਤ ਤੋਲਤ ਤਿਸ ਕੇ ਸੰਗ ਦੇਈ। ਰੋਜ਼ ਉਹਦੇ ਨਾਲ ਤੋਲ ਕੇ ਦੇਣਾ ਜੀ ਸਮਾਨ। ਹਾਂਜੀ। ਜਾਏ ਘਾਟ ਜੋ ਆਏ ਸੋ ਲਈ। ਹੁਣ ਜਿਹੜਾ ਸਮਾਨ ਲੈਣ ਆਵੇ ਉਹਨੂੰ ਘੱਟ ਸੌਦਾ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਇੱਕ ਨੇ ਤੋਲਿਓ ਹੋਏ ਘਾਟ। ਹਾਂਜੀ। ਲਖਿਓ ਕਟਾਰੂ ਕੋ ਘਟ ਬਾਟ। ਇੱਕ ਬੰਦੇ ਨੇ ਭਾਈ ਕਟਾਰੂ ਜੀ ਕੋ ਸਮਾਨ ਤੁਲਾਇਆ, ਉਹਦੇ ਤੋਂ ਬਾਅਦ ਫਿਰ ਜਾ ਕੇ ਕਿਤੋਂ ਹੋਰ ਤੁਲਾਇਆ।
ਉਹਨੂੰ ਪਤਾ ਲੱਗਾ ਵੀ ਭਾਈ ਕਟਾਰੂ ਨੇ ਸਮਾਨ ਘੱਟ ਤੋਲਿਆ ਹੈ, ਪੈਸੇ ਪੂਰੇ ਲਏ ਹੈ। ਆਖੋ ਵਾਹਿਗੁਰੂ। ਤੇ ਭਾਈ ਕਟਾਰੂ ਦੇ ਪ੍ਰਤੀ ਉਹਦੇ ਮਨ 'ਚ ਸ਼ੰਕਾ ਬਣ ਗਿਆ ਜੀ। ਹੁਣ ਇਹ ਜਿਹੜੀ ਗਲਤੀ ਹੋ ਰਹੀ ਹੈ, ਭਾਈ ਕਟਾਰੂ ਜੀ ਨੂੰ ਨਹੀਂ ਪਤਾ ਵੀ ਮੇਰੇ ਕੋਲੋਂ ਗਲਤੀ ਹੋ ਰਹੀ ਹੈ ਜੀ। ਹਾਂਜੀ, ਚਾਰੀ ਜਾਏ ਉਚਾਰੀ ਤਹਾਂ, ਉਹਨੇ ਲੋਕਾਂ ਨੂੰ ਜਾ ਚੁਗਲੀ ਕੀਤੀ ਜੀ। ਹਾਂਜੀ, ਤੋਲਤ ਘਾਟ ਸਭਨ ਕੇ ਪਾਹੇ, ਉਹਨੇ ਜਾ ਕੇ ਦੱਸਿਆ ਭਾਈ ਕਟਾਰੂ ਘੱਟ ਸੌਦਾ ਤੋਲਦਾ ਹੈ। ਹਾਂਜੀ, ਸੁਨ ਸੂਬੇ ਰਿਸ ਕਰ ਬੁਲਵਾਇਓ, ਸੂਬੇ ਨੂੰ ਵੀ ਦੱਸਿਆ ਜੀ, ਕਾਬਲ ਦੇ ਸੂਬੇ ਨੂੰ। ਗੱਜ ਕੇ ਆਖੋ ਵਾਹਿਗੁਰੂ। ਸੂਬੇ ਕੋਲ ਨੌਕਰੀ ਕਰਦੇ ਸੀਗੇ ਤੇ ਸੰਗਤ ਜੀ ਭਾਈ ਕਟਾਰੂ ਨੂੰ ਫਿਰ ਕੋਲ ਸੱਦਿਆ ਸੂਬੇ ਨੇ ਜੀ, ਬੜੇ ਗੁੱਸੇ ਵਿੱਚ ਸੱਦਿਆ ਜੀ। ਪੁੰਨ ਕਹਿ ਬਾਟ ਧਰਾ ਅਨਵਾਇਓ, ਤੇ ਫਿਰ ਨਾ ਜੀ ਆਖਿਆ ਵੀ ਆਪਣੇ ਵੱਟੇ ਵੀ ਲੈ ਕੇ ਆ ਤੇ ਧੜਾ ਵੀ ਲੈ ਕੇ ਆ। ਗੱਜ ਕੇ ਆਖੋ ਵਾਹਿਗੁਰੂ। ਤਕੜੀ ਵੀ ਲੈ ਕੇ ਆ। ਹਾਂਜੀ, ਅਪਰ ਸੰਗ ਇਸ ਤੋਲਨ ਦੀਜੈ, ਹਾਂਜੀ। ਮੋਹੇ ਰੂਬਰੂ ਇਸ ਪਿਖ ਲੀਜੈ। ਤੇ ਫਿਰ ਜਿਹੜਾ ਵੱਟਾ ਘੱਟ ਤੋਲਦਾ ਸੀ, ਹੁਣ ਭਾਈ ਕਟਾਰੂ ਜੀ ਨੂੰ ਤੇ ਪਤਾ ਨਹੀਂ ਸੀ, ਉਹਨੂੰ ਦੂਜੇ ਵੱਟੇ ਨਾਲ ਤੋਲ ਕੇ ਵੇਖਿਆ ਜੀ। ਹਾਂਜੀ, ਤਬੈ ਕਟਾਰੂ ਉਰ ਡਰ ਪਾਇਓ, ਸੂਬਾ ਕਹਿਣ ਲੱਗਾ ਵੀ ਮੈਂ ਆਪਣੇ ਸਾਹਮਣੇ ਪੜਤਾਲ ਕਰਾਂਗਾ। ਭਾਈ ਕਟਾਰੂ ਇਹ ਬੰਦਾ ਸੱਚਾ ਹੈ, ਇਹ ਕਹਿ ਰਿਹਾ ਹੈ ਕਿ ਤੂੰ ਘੱਟ ਤੋਲਦਾ ਹੈ। ਭਾਈ ਕਟਾਰੂ ਜੀ ਡਰ ਗਏ ਜੀ ਕਿ ਕਿਤੇ ਮੈਂ ਭੁੱਲ ਭੁਲੇਖੇ ਗਲਤ ਕੰਮ ਹੀ ਨਾ ਕਰ ਬੈਠਾ ਹੋਵਾਂ ਜੀ। ਸਤਿਗੁਰ ਧਿਆਨ ਧਰਿਓ ਜਸ ਗਾਇਓ, ਤੇ ਲਓ ਜੀ ਉਸੇ ਟਾਈਮ ਭਾਈ ਕਟਾਰੂ ਜੀ ਨੇ ਧਿਆਨ ਧਾਰ ਲਿਆ ਗੁਰੂ ਅਰਜਨ ਦੇਵ ਜੀ ਦਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਚੇਤਾ ਰੱਖਿਓ, ਜਿਹੜੇ ਬੰਦੇ ਦਿਨ ਰਾਤ ਜਪਦੇ ਆ ਨਾ, ਉਹਨਾਂ ਦਾ ਗੁਰੂ ਨਾਲ ਕਨੈਕਸ਼ਨ ਜਿਹੜਾ ਉਹ ਬਣਿਆ ਹੁੰਦਾ ਹੈ ਜੀ। ਫੋਨ ਦੋਵੇਂ ਹੋਣ, ਟਾਵਰ ਨਾ ਹੋਣ, ਕਨੈਕਸ਼ਨ ਨਾ ਹੋਵੇ, ਗੱਲ ਨਹੀਂ ਹੋ ਸਕਦੀ ਜੀ। ਨਾਮ ਜਪਣ ਵਾਲਿਆਂ ਦਾ ਅੰਦਰ ਦਾ ਕਨੈਕਸ਼ਨ ਗੁਰੂ ਜੀ ਦੇ ਨਾਲ ਬਣਿਆ ਹੁੰਦਾ ਹੈ ਜੀ। ਹੁਣ ਉਹ ਵੱਟਾ ਤੋਲਣਾ ਹੈ ਜੀ। ਹਾਂਜੀ, ਵੱਟਾ ਤੋਲਣਾ, ਤਕੜੀ ਚ ਪਾਉਣ ਲੱਗੇ ਆ। ਕਿੰਨਾ ਕੁ ਟਾਈਮ ਲੱਗਣਾ ਸੀਗਾ ਜੀ? ਤੇ ਭਾਈ ਕਟਾਰੂ ਜੀ ਉਸ ਟਾਈਮ ਦੇ ਅੰਦਰ ਆਪਣੇ ਗੁਰੂ ਮਾਲਕ ਸੱਚੇ ਪਾਤਸ਼ਾਹ ਨੂੰ ਚੇਤੇ ਕਰਨ ਲੱਗ ਪਏ। ਨਹਿ ਸਹਾਏ ਇਸ ਥਲ ਕਿਸ ਕੇਰੀ, ਪਤਾ ਲੱਗ ਗਿਆ ਵੀ ਮੇਰੀ ਭੁੱਲ ਹੈਗੀ ਹੈ। ਉਸੇ ਵੇਲੇ ਜੁੜ ਗਏ, ਕਹਿਣ ਲੱਗੇ ਮਹਾਰਾਜ ਹੁਣ ਨਹੀਂ ਮੈਨੂੰ ਕੋਈ ਬਚਾ ਸਕਦਾ ਤੁਹਾਡੇ ਤੋਂ ਬਗੈਰ। ਕੌਣ ਹੈ ਜਿਹੜਾ ਉੱਥੇ ਭਾਰ ਪੂਰਾ ਕਰਦੇ ਜੀ? ਅਬ ਰਾਵਰ ਕੀ ਆਸ ਬਡੇਰੀ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਇਸ ਸਮੇਂ ਮੈਨੂੰ ਆਪ ਜੀ ਦੀ ਹੀ ਆਸ ਹੈ। ਜੁੜ ਗਏ ਜੀ ਭਾਈ ਕਟਾਰੂ ਜੀ, ਤੇ ਜੁੜਿਆਂ ਅੰਦਰ ਬੈਰਾਗ ਪੈਦਾ ਹੋਇਆ। ਗੱਲ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਗਈ ਜੀ। ਹਾਂਜੀ, ਅਗ ਅਨਜਾਨ ਪਨੇ ਮਹਿਕੀਨ, ਮਹਾਰਾਜ ਮੈਨੂੰ ਪਤਾ ਨਹੀਂ ਸੀਗਾ, ਅਣਜਾਣ ਪੁਣੇ ਵਿੱਚ ਮੈਂ ਪਾਪ ਕਰ ਬੈਠਾ। ਸੋ ਨਾ ਵਿਚਾਰੋ ਮੈਂ ਜਨ ਦੀਨ, ਤੇ ਮਹਾਰਾਜ ਮੈਂ ਤੇ ਕਦੀ ਵਿਚਾਰਿਆ ਹੀ ਨਹੀਂ। ਤੇ ਮਹਾਰਾਜ ਮੈਂ ਤੇ ਤੁਹਾਡਾ ਨਿਮਾਣਾ ਜਿਹਾ ਸੇਵਕ ਹੈਗਾ। ਮਹਾਰਾਜ ਇਸ ਸਮੇਂ ਔਖੀ ਘੜੀ ਚੋਂ ਮੈਨੂੰ ਤੁਸੀਂ ਬਚਾਉਣਾ ਹੈ। ਹਾਂਜੀ, ਏਕ ਭਰੋਸਾ ਮੋਕੋ ਭਾਰੀ, ਬਸ ਭਰੋਸਾ ਹੀ ਬਣਨਾ ਔਖਾ ਹੈ ਜੀ। ਭਾਈ ਕਟਾਰੂ ਜੀ ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਤੇ ਹੀ ਭਰੋਸਾ ਹੈ। ਹੇ ਗੁਰੂ ਅਰਜਨ ਦੇਵ ਜੀ, ਮਹਾਰਾਜ ਮੈਨੂੰ ਆਪ ਜੀ ਉੱਤੇ ਹੀ ਭਰੋਸਾ ਹੈ। ਆਸ ਨਾ ਦੂਜੀ ਸ਼ਰਨ ਤਿਹਾਰੀ, ਕਹੇ ਦੂਜੇ ਦਾ ਮਹਾਰਾਜ ਮੈਂ ਕਦੀ ਭਰੋਸਾ ਨਹੀਂ ਕੀਤਾ। ਮਹਾਰਾਜ ਮੈਨੂੰ ਤੇ ਤੁਹਾਡੀ ਆਸ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਭਰੋਸਾ ਪੂਰਾ ਹੈ ਨਾ ਜੀ, ਭਰੋਸਾ ਪੂਰਾ ਹੈ। ਹਾਂਜੀ, ਇਤ ਸਤਿਗੁਰ ਵੱਡ ਸਭਾ ਮਝਾਰੀ, ਇਧਰ ਮਹਾਰਾਜ ਸੰਗਤ ਵਿੱਚ ਬੈਠੇ ਗੁਰੂ ਅਰਜਨ ਦੇਵ ਜੀ।
ਹਾਂਜੀ ਬੈਠੇ ਦਰਸਤ ਹੈ ਨਰ ਨਾਰੀ। ਬਹੁਤ ਸਿੱਖ ਸਿੱਖਣੀਆਂ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਹੈ, ਜਿਵੇਂ ਆਪ ਜੀ ਕਰ ਰਹੇ ਹੋ। ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਸਿੱਖ ਪੈਸੇ ਪੰਚ ਚੜਾਏ। ਉਹ 5 ਪੈਸੇ ਘੱਟ ਤੋਲਦਾ ਸੀ ਨਾ ਜੀ, ਉਹਦਾ weight ਘੱਟ ਸੀਗਾ। ਜਿੰਨਾ 5 ਪੈਸੇ ਦਾ ਭਾਰ ਹੁੰਦਾ ਉਹਨਾਂ weight ਘੱਟ ਸੀਗਾ। ਇੱਕ ਸਿੱਖ ਨੇ ਮਹਾਰਾਜ ਨੂੰ 5 ਪੈਸੇ ਚੜਾਏ ਹੋਏ ਸਨ ਜੀ। ਹੁਣ ਵੇਖਿਓ ਜਿਨ੍ਹਾਂ ਦਾ ਕਨੈਕਸ਼ਨ ਪੂਰਾ ਹੈ ਜੀ, ਜਿਨ੍ਹਾਂ ਦੀ ਗੱਲ ਪਹੁੰਚਦੀ ਹੈ ਗੁਰੂ ਜੀ ਤੱਕ। ਹਾਂਜੀ ਧਾਰ ਕਰ ਪਰ ਤੋਲਤ ਲੈ ਦਾਏ। ਲਓ ਜੀ, ਮਹਾਰਾਜ ਨੇ ਆਪਣੇ ਹੱਥ ਤੇ ਰੱਖੇ ਜੀ ਉਹ 5 ਪੈਸੇ। ਗੱਜ ਕੇ ਆਖੋ ਵਾਹਿਗੁਰੂ। ਕਰ ਵਾਹਿਗੁਰੂ। ਧਾਰ ਕਰ ਪਰ ਤੋਲਤ ਦੇ ਦਾਏ। ਸਾਧ ਸੰਗਤ ਸੱਜੇ ਹੱਥ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਰੱਖ ਕੇ ਉਹਨੂੰ ਤੋਲਣ ਲੱਗੇ ਜੀ। ਹਾਂਜੀ ਪੁਨਹੁ ਬਾਮ ਕਰ ਪਰ ਧਰ ਤੋਲੇ। ਫਿਰ ਖੱਬੇ ਹੱਥ ਵਿੱਚ ਮਹਾਰਾਜ ਨੇ ਰੱਖ ਕੇ ਤੋਲਿਆ ਜੀ ਉਹਨੂੰ। ਇਸ ਤਰ੍ਹਾਂ ਕਰਨ ਜਿਵੇਂ ਤੋਲ ਰਹੇ ਨੇ ਗੁਰੂ ਅਰਜਨ ਸਾਹਿਬ। ਹਾਂਜੀ ਦੇਖ ਦਾਸ ਢਿਗ ਤਬਹੂ ਬੋਲੇ। ਸਾਰੇ ਸੇਵਕ ਵੇਖ ਕੇ ਹੈਰਾਨ ਵੀ ਹਜ਼ਾਰਾਂ ਰੁਪਈਏ ਆਉਂਦੇ ਆ। ਗੁਰੂ ਅਰਜਨ ਦੇਵ ਜੀ ਨੇ ਕਦੀ ਧਿਆਨ ਨਹੀਂ ਦਿੱਤਾ, ਅੱਜ 5 ਪੈਸਿਆਂ ਨਾਲ ਹੀ ਪਿਆਰ ਕਰੀ ਜਾਂਦੇ ਆ। ਸੇਵਕ ਵੇਖ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਸ੍ਰੀ ਸਤਿਗੁਰ ਮਾਇਆ ਨਿਤ ਆਵਤ। ਹੈ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ, ਆਪ ਜੀ ਦੇ ਕੋਲ ਬਹੁਤ ਮਾਇਆ ਆਉਂਦੀ ਮਹਾਰਾਜ। ਹਾਂਜੀ ਹੇਮ ਰਜਤ ਕਰ ਕਬ ਨਾ ਸੁਹਾਵਤ। ਸੋਨਾ ਚਾਂਦੀ ਮਹਾਰਾਜ ਬੜਾ ਚੜਦਾ, ਤੁਸੀਂ ਕਦੀ ਹੱਥ ਨਹੀਂ ਲਾਇਆ ਜੀ। ਹਾਂਜੀ ਪੈਸੇ ਪੰਚ ਆਜ ਕਰ ਲੀਨੇ। ਅੱਜ ਮਹਾਰਾਜ 5 ਪੈਸੇ ਹੱਥ 'ਚ ਫੜਦੇ ਆਪ ਜੀ ਦੇ। ਚੇਤਾ ਰੱਖਿਓ, ਸਾਨੂੰ ਨਹੀਂ ਪਤਾ ਹੁੰਦਾ ਗੁਰੂ ਸਾਹਿਬ ਕਿਸ ਸਮੇਂ ਕਿਹਦਾ ਭਲਾ ਕਰ ਰਹੇ ਨੇ। ਆਪਾਂ ਬੈਠੇ ਆ, ਕੋਈ ਪਤਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਸਮੇਂ ਕਿਹਨੂੰ ਤਾਰ ਰਹੇ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਭਰੋਸਾ ਬਣਾ ਕੇ ਬੈਠਿਆ ਕਰੋ, ਭਰੋਸਾ ਬਣਾ ਕੇ ਬੈਠਿਆ ਕਰੋ। ਮਹਾਰਾਜ ਕਦੀ ਸੋਨੇ ਨੂੰ ਚਾਂਦੀ ਨੂੰ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਹੱਥ ਨਹੀਂ ਲਾਇਆ। ਮਹਾਰਾਜ ਅੱਜ 5 ਪੈਸਿਆਂ ਨਾਲ ਆਪ ਜੀ ਪ੍ਰੇਮ ਵਿਖਾ ਰਹੇ ਹੋ। ਸਾਨੂੰ ਨਹੀਂ ਨਾ ਪਤਾ ਮਾਲਕ ਕੀ ਚੋਜ ਕਰ ਰਹੇ ਨੇ। ਹਾਂਜੀ ਦਾਹਨ ਬਾਮ ਧਰੋ ਹਿਤ ਕੀਏ। ਮਹਾਰਾਜ ਕਦੀ ਸੱਜੇ ਕਦੀ ਖੱਬੇ ਬੜੇ ਪ੍ਰੇਮ ਨਾਲ ਮਹਾਰਾਜ ਰੱਖ ਰਹੇ ਹੋ। ਇਹ ਕਾਰਨ ਕਿਆ ਉਚਰੋ ਸੁਆਮੀ। ਮਹਾਰਾਜ ਕਿਰਪਾ ਕਰੋ, ਕਾਰਨ ਕੀ ਹੈ ਮਹਾਰਾਜ? ਕਾਰਨ ਦੱਸ ਦਿਓ। ਇਤ ਉਤ ਧਰਤ ਨਾ ਹਮ ਕੁਛ ਜਾਮੀ। ਮਹਾਰਾਜ ਕਦੀ ਇੱਧਰ ਕਦੀ ਇੱਧਰ, ਸਾਨੂੰ ਪਤਾ ਨਹੀਂ ਲੱਗ ਰਿਹਾ। ਹਾਂਜੀ ਸ਼੍ਰੀ ਗੁਰ ਕਹਿਓ ਸਿੱਖ ਕੋ ਬਾਟ। ਹਾਂਜੀ ਪੂਰਾ ਕਰੈ ਇਤੋ ਸੋ ਘਾਟ। ਮਹਾਰਾਜ ਕਹਿਣ ਲੱਗੇ ਸੁਣੋ ਫਿਰ, ਸਿੱਖ ਦੇ ਵੱਟੇ ਦਾ ਭਾਰ ਪੂਰਾ ਕਰ ਰਹੇ ਆ। ਕਹਿਣ ਲੱਗੇ ਪੂਰਾ ਕਰ ਰਹੇ ਆ। ਜਿੱਧਰ ਉਹਦਾ ਵੱਟਾ ਰੱਖਿਆ ਜਾਂਦਾ ਸੀ ਨਾ, ਉਧਰ ਹੀ ਮਹਾਰਾਜ ਹੱਥ ਤੇ ਪੈਸੇ ਰੱਖ ਲੈਂਦੇ ਸੀਗੇ। ਭਾਰ ਇਧਰੋਂ ਉਧਰ ਪਹੁੰਚਾ ਰਹੇ ਸਨ ਜੀ। ਕਿੱਥੇ ਕਾਬਲ, ਕਿੱਥੇ ਅੰਮ੍ਰਿਤਸਰ। ਇਹ ਹੈ ਮੇਰੇ ਸਤਿਗੁਰੂ ਦੀ ਜਾਰੀ ਕਲਾ। ਕੋਈ ਪਿਆਰ ਨਾਲ ਯਾਦ ਕਰਕੇ ਤੇ ਵੇਖੇ ਜੀ। ਹਾਂਜੀ ਪੱਲਰੋ ਦੌਨ ਤਰਾਜੂ ਕੇਰ। ਮਹਾਰਾਜ ਕਹਿਣ ਲੱਗੇ ਤਕੜੀ ਦੇ ਦੋਹਾਂ ਪੱਲਿਆਂ ਦੇ ਵਿੱਚ ਰੱਖ ਰਹੇ ਆ ਇਹ ਅਸੀਂ। ਹੱਥ ਤੇ ਨਹੀਂ ਰੱਖ ਰਹੇ, ਵੇਖਣ ਨੂੰ ਹੱਥ ਹੈ। ਜਿੱਧਰ ਸਿੱਖ ਦਾ ਵੱਟਾ ਰੱਖਦੇ ਉਧਰ ਹੀ ਅਸੀਂ ਪੈਸੇ ਰੱਖ ਦਿੰਦੇ ਆ। ਹਾਂਜੀ ਤੋਲਤ ਹੈ ਇਤ ਉਰ ਨਰ ਫੇਰ। ਮਹਾਰਾਜ ਕਹਿੰਦੇ ਕਦੀ ਇੱਧਰ ਰੱਖਦੇ ਕਦੀ ਇੱਧਰ। ਇਸ ਕਰਕੇ ਅਸੀਂ ਮਾਇਆ ਵੀ ਕਦੀ ਇਸ ਹੱਥ ਤੇ ਰੱਖਦੇ ਕਦੀ ਇਸ ਹੱਥ ਤੇ ਰੱਖਦੇ ਆ। ਭਾਰ ਪੂਰਾ ਕਰ ਰਹੇ ਆ ਪਿਆਰਿਓ। ਐਸੇ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਨਹੀਂ ਸਾਡੀਆਂ ਮੁਸ਼ਕਲਾਂ ਦਾ ਨਾਸ਼ ਕਰ ਸਕਦੇ ਜੀ? ਭਰੋਸੇ ਦੀ ਕਮੀ ਹੈ ਨਾ।
ਜਾਂ ਤੇ ਹਮ ਦੋਨੋਂ ਕਰ ਧਰੈ ਹਾਂਜੀ। ਸਿੱਖ ਕੋ ਬਾਟ ਸੋ ਪੂਰਾ ਕਰੈ। ਮਹਾਰਾਜ ਕਹਿੰਦੇ ਉਹ ਦੋਵੇਂ ਪਾਸੇ ਵੱਟਾ ਰੱਖ ਰਹੇ ਆ, ਇਸ ਕਰਕੇ ਅਸੀਂ ਵੀ ਦੋਵੇਂ ਪਾਸੇ, ਕਦੀ ਇਸ ਪਾਸੇ ਕਦੀ ਇਸ ਪਾਸੇ ਮਾਇਆ ਰੱਖ ਕੇ ਆਪਣੇ ਪਿਆਰੇ ਦਾ ਘਾਟਾ ਜਿਹੜਾ ਉਹ ਪੂਰਾ ਕਰ ਰਹੇ ਆ। ਹਾਂਜੀ। ਨਾਮ ਕਟਾਰੂ ਕਾ ਬਲਮਾਹੇ। ਸਿੱਖਾਂ ਮਨ ਚ ਸੋਚਿਆ ਵੀ ਮਹਾਰਾਜ ਕਿਹੜਾ ਇਹਨਾਂ ਗੁਰੂ ਜੀ ਦਾ ਪਿਆਰਾ ਸਿੱਖ ਹੈ, ਤੇ ਮਹਾਰਾਜ ਨਾਲ ਹੀ ਨਾਮ ਦੱਸਣ ਲੱਗ ਪਏ। ਮਹਾਰਾਜ ਕਹਿੰਦੇ ਕਾਬਲ ਵਿੱਚ ਰਹਿੰਦਾ ਤੇ ਕਟਾਰੂ ਨਾਮ ਜੇ ਉਹਦਾ। ਹਾਂਜੀ। ਬਾਟ ਘਟ ਅਣਜਾਣੇ ਤਾਹੇ। ਮਹਾਰਾਜ ਕਹਿਣ ਲੱਗੇ ਅਣਜਾਣ ਪੁਣੇ ਵਿੱਚ ਉਹਦੇ ਵੱਟੇ ਦਾ ਭਾਰ ਘੱਟ ਹੈਗਾ, ਕਹਿਣ ਲੱਗੇ ਉਹਨੂੰ ਵੀ ਨਹੀਂ ਸੀ ਪਤਾ। ਹਾਂਜੀ। ਇਮ ਸਤਿਗੁਰ ਸਿੱਖਨ ਮੈਂ ਕਹਿਓ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਵਿੱਚ ਕਿਹਾ, ਪਿਆਰਿਓ ਕਿਉਂ ਨਾ ਕੁਰਬਾਨ ਜਾਈਏ ਐਸੇ ਸਤਿਗੁਰੂ ਤੋਂ। ਸਿੱਖ ਕਿਤੇ ਬੈਠਾ, ਗੁਰੂ ਸਾਹਿਬ ਕਿਤੇ ਅਰਦਾਸਾਂ ਸੁਣੀ ਜਾਂਦੇ ਆ। ਭਾਵਨਾ ਰੱਖਿਓ, ਸ੍ਰੀ ਹਰਿਮੰਦਰ ਸਾਹਿਬ ਦਾ ਧਿਆਨ ਧਾਰ ਕੇ ਕੋਈ ਕਿਤੇ ਬੈਠਾ ਗੁਰੂ ਰਾਮਦਾਸ ਜੀ ਦਾ ਧਿਆਨ ਧਾਰ ਕੇ ਅਰਦਾਸ ਕਰੇ, ਗੁਰੂ ਰਾਮਦਾਸ ਸਾਹਿਬ ਅਰਦਾਸ ਉਹਨਾਂ ਦੀ ਪੂਰੀ ਕਰ ਲੈਂਦੇ ਨੇ ਜੀ। ਹਾਂਜੀ। ਪੂਰਾ ਬਾਟ ਜੋ ਸੂਬੇ ਲਹਿਓ। ਉਧਰ ਸੂਬਾ ਵੇਖਦਾ ਵੀ ਭਾਈ ਕਟਾਰੂ ਦਾ ਵੱਟਾ ਪੂਰੇ ਤੋਲਦਾ ਹੈਗਾ। ਹਾਂਜੀ। ਭਇਓ ਕਟਾਰੂ ਪਰ ਸੋ ਪ੍ਰਸੰਨ। ਸੂਬਾ ਬੜਾ ਖੁਸ਼ ਹੋਇਆ ਜੀ। ਹਾਂਜੀ। ਦੁਸ਼ਟ ਚੁਗਲ ਝੂਠਾ ਤੂੰ ਧਨ। ਤੇ ਦੁਸ਼ਟ ਚੁਗਲ ਝੂਠਾ, ਉਹ ਕਹਿਣ ਲੱਗਾ ਸੂਬਾ, ਕਹਿੰਦਾ ਦੁਸ਼ਟ ਚੁਗਲਾ ਜਿਹਨੇ ਚੁਗਲੀ ਕੀਤੀ ਹੈ ਉਹ ਝੂਠਾ ਹੈ, ਭਾਈ ਕਟਾਰੂ ਤੂੰ ਧਨ ਹੈ। ਚੇਤਾ ਰੱਖਿਓ, ਅਣਜਾਣ ਪੁਣੇ ਚ ਵੀ ਪਾਪ ਹੋ ਜਾਵੇ, ਪਰ ਸਿੱਖ ਮਨੋਂ ਸੱਚਾ ਹੋਵੇ, ਗੁਰੂ ਦਾ ਆਸਰਾ ਤੱਕੇ, ਮਹਾਰਾਜ ਸੱਚੇ ਪਾਤਸ਼ਾਹ ਪਿੱਠ ਨਹੀਂ ਚ ਲੱਗਣ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿੱਠ ਨਹੀਂ ਚ ਲੱਗਣ ਦਿੰਦੇ। ਹੋਵੇ ਗੁਰੂ ਪੂਰਾ, ਸਿੱਖ ਜੀ ਪਿੱਠ ਲੱਗ ਜੇ, ਐਸਾ ਨਹੀਂ ਹੋ ਸਕਦਾ। ਠੀਕ ਹੈ ਅਣਜਾਣ ਪੁਣੇ ਚ ਗਲਤੀ ਹੋਈ ਹੈ, ਪਰ ਭਾਈ ਕਟਾਰੂ ਦਾ ਗੁਰੂ ਪੂਰਾ ਹੈ। ਉਹੀ ਗੁਰੂ ਜੀ ਸਾਡੇ ਨੇ। ਗੁਰ ਪੂਰਾ ਮੇਰਾ ਗੁਰ ਪੂਰਾ। 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 ਭਾਈ ਕਟਾਰੂ ਤੂੰ ਧੰਨ ਹੈ, ਕਹਿਣ ਲੱਗੇ। ਹਾਂਜੀ। ਕਰਿਓ ਕੋਸ਼ ਪਤ ਸੌਂਪਿਓ ਕੋਸ਼। ਲਓ ਜੀ, ਭਾਈ ਕਟਾਰੂ ਜੀ ਨਾਮ ਜਪਣ ਵਾਲੇ ਸੂਬਾ ਖੁਸ਼ ਹੋਇਆ। ਉੱਥੇ ਭਾਈ ਕਟਾਰੂ ਦੀ ਤਰੱਕੀ ਕਰ ਦਿੱਤੀ। ਅੱਗੇ ਤੇ ਭਾਰ ਤੋਲਣ ਵਾਲੇ ਸਨ, ਸੂਬੇ ਨੇ ਖੁਸ਼ ਹੋ ਕੇ ਭਾਈ ਕਟਾਰੂ ਜੀ ਨੂੰ ਆਪਣਾ ਖਜ਼ਾਨਚੀ ਬਣਾ ਲਿਆ ਜੀ। ਵੀ ਅੱਜ ਤੋਂ ਤੂੰ ਮੇਰਾ ਖਜ਼ਾਨਚੀ ਹੈ, ਕਹਿਣ ਲੱਗਿਆ। ਲਖਿਓ ਮਾਤਬਰ ਇਹੋ ਬਿਨ ਦੋਸ਼। ਕਹਿਣ ਲੱਗਾ ਸੂਬੇ ਨੇ ਉਸ ਨੂੰ ਇਤਬਾਰ ਵਾਲਾ ਸਮਝਿਆ, ਬਿਨਾਂ ਦੋਸ਼ ਤੋਂ ਸਮਝਿਆ। ਹਾਂਜੀ। ਕਿਤਕ ਮਾਸ ਬੀਤੇ ਤਬ ਆਇਓ। ਤੇ ਭਾਈ ਕਟਾਰੂ ਨੂੰ ਤੇ ਪਤਾ ਸੀ ਵੀ ਮੇਰੀ ਭੁੱਲ ਹੈ। ਕੁਝ ਮਹੀਨੇ ਲੰਘੇ, ਭਾਈ ਕਟਾਰੂ ਜੀ ਆਪਣੇ ਸੱਚੇ ਪਾਤਸ਼ਾਹ, ਆਪਣੇ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਜੀ। ਗੁਰ ਦਰਸ਼ਨ ਕਰ ਸੀਸ ਨਿਵਾਇਓ। ਗੁਰੂ ਜੀ ਦੇ ਦਰਸ਼ਨ ਕੀਤੇ, ਕਾਬਲ ਤੋਂ ਚੱਲ ਕੇ ਆਏ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਨੂੰ। ਹਾਂਜੀ। ਬੇਖਮ ਥਾਨ ਮੈਂ ਭਏ ਸਹਾਈ। ਜਹਾਂ ਨਾ ਪਹੁੰਚੈ ਬਾਪ ਨਾ ਮਾਈ। ਆ ਕੇ ਪਤਾ ਕੀ ਕਿਹਾ ਜੀ, ਹੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਬਿਖਮ ਥਾਵਾਂ ਤੋਂ ਬਚਾਉਣ ਵਾਲੇ, ਤੇ ਜਿੱਥੇ ਬਾਪ ਵੀ ਨਹੀਂ ਪਹੁੰਚ ਸਕਦਾ ਬੰਦੇ ਦਾ ਜੀ। ਬਿਖਮ ਕਹਿੰਦੇ ਔਖੀ ਨੂੰ ਸਾਧ ਸੰਗਤ ਜੀ।
ਮਹਾਰਾਜ ਤੁਸੀਂ ਔਖੀਆਂ ਥਾਵਾਂ ਤੋਂ ਬਚਾਉਣ ਵਾਲੇ ਜੇ, ਉੱਥੇ ਬਚਾਉਂਦੇ ਹੋ ਜਿੱਥੇ ਬੰਦੇ ਦੀ ਮਾਂ ਵੀ ਨਹੀਂ ਪਹੁੰਚ ਸਕਦੀ, ਮਨੁੱਖ ਦਾ ਪਿਓ ਵੀ ਨਹੀਂ ਪਹੁੰਚ ਸਕਦਾ ਹੈ ਜੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਹਾਂਜੀ, ਬੂਝਿਓ ਸਿੱਖਨ ਕਹਿਓ ਪ੍ਰਸੰਗ। ਹੁਣ ਉਹ ਇੱਕੋ ਹੀ ਗੱਲ ਬੋਲੀ ਜਾਣ, ਮਹਾਰਾਜ ਤੁਸੀਂ ਮੇਰੇ ਰਾਖੇ, ਤੁਸੀਂ ਮੇਰੇ ਰਾਖੇ। ਸਿੱਖ ਭਾਈ ਕਟਾਰੂ ਨੂੰ ਪੁੱਛਦੇ, ਭਾਈ ਕਟਾਰੂ ਤੂੰ ਕੀ ਕਹਿ ਰਿਹਾ? ਹਾਂਜੀ, ਜਾਣਿਓ ਸਭਨ ਗੁਰੂ ਨਿਤ ਸੰਗ। ਤੇ ਭਾਈ ਸਾਹਿਬ ਨੇ ਫਿਰ ਨਾ ਜੀ ਸਾਰਾ ਪ੍ਰਸੰਗ ਸੁਣਾਇਆ। ਪ੍ਰਸੰਗ ਸੁਣਾ ਕੇ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਨੇ ਮੇਰੀ ਇੱਜ਼ਤ ਰੱਖੀ, ਮੇਰੀ ਇੱਜ਼ਤ ਨਹੀਂ ਰੱਖੀ, ਇੱਜ਼ਤ ਵਧਾ ਵੀ ਦਿੱਤੀ ਹੈ। ਮੈਨੂੰ ਖਜ਼ਾਨ 'ਚ ਹੀ ਲਾਇਆ, ਮੇਰੀ ਵੱਡੀ ਪਦਵੀ ਹੈ ਕਾਬਲ ਵਿੱਚ। ਜਦੋਂ ਸਿੱਖਾਂ ਨੇ ਸੁਣਿਆ, ਗੁਰਸਿੱਖਾਂ ਦੇ ਮਨ ਵਿੱਚ ਵੀ ਭਾਵਨਾ ਪੈਦਾ ਹੋਈ ਔਰ ਗੁਰਸਿੱਖਾਂ ਦੇ ਮਨ ਵਿੱਚ ਇਹ ਗੱਲ ਵਿਚਾਰੀ, ਜਾਣਿਓ ਸਭਨ ਗੁਰੂ ਨਿਤ ਸੰਗ, ਵੀ ਗੁਰੂ ਅਰਜਨ ਦੇਵ ਜੀ ਆਪਣੇ ਪਿਆਰਿਆਂ ਦੇ ਨਾਲ ਹੀ ਰਹਿੰਦੇ ਨੇ ਜੀ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ, ਫਿਰ ਕਰ ਦੇਣਾ, ਕਿਤੇ ਭਾਵਨਾ ਦੀ ਗਲੀ ਵਿੱਚ ਆ ਜਾਈਏ। ਸ਼ਬਦ ਵਰਤਦੇ ਆ ਨਾ, ਅੰਗ ਸੰਗ, ਗੁਰੂ ਅੰਗ ਸੰਗ ਹੈ ਜੀ। ਇੱਕ ਪਿਆਰੇ ਨੇ ਉਹ ਲਿਖਦੇ, ਗੁਰੂ ਅੰਗ ਸੰਗ ਜੀਓ WhatsApp ਤੇ। ਦਸਵੇਂ ਪਾਤਸ਼ਾਹ ਕਹਿੰਦੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤੁਸੀਂ ਇੱਥੇ ਚੱਲ ਕੇ ਆਏ ਹੋ, ਤੁਹਾਡੇ ਅੰਗ ਤੁਹਾਡੇ ਨਾਲ ਆਏ। ਕਦੀ ਕਿਸੇ ਨੇ ਨਹੀਂ ਕਿਹਾ ਮੈਂ ਗੁਰਦੁਆਰੇ ਚੱਲਣਾ, ਮੈਂ ਆਫਿਸ ਵਿੱਚ ਚੱਲਣਾ, ਮੈਂ ਆਪਣੀਆਂ ਅੱਖਾਂ ਘਰ ਹੀ ਰੱਖਾਂ ਵਾਂ, ਆਪਣੇ ਹੱਥ ਜਿਹੜੇ ਉਹ ਘਰ ਰੱਖਾਂ ਵਾਂ, ਕਦੀ ਨਹੀਂ ਕਿਹਾ। ਜਿੱਥੇ ਵਿਅਕਤੀ ਨੇ ਜਾਣਾ ਪਿਆਰਿਓ, ਉੱਥੇ ਉਹਦੇ ਅੰਗਾਂ ਨੇ ਨਾਲ ਜਾਣਾ। ਚੇਤਾ ਰੱਖਿਓ, ਜਿੱਥੇ ਅੰਗ ਵਿਅਕਤੀ ਦੇ ਨਾਲ ਜਾਂਦੇ ਆ, ਸਤਿਗੁਰੂ ਅੰਗਾਂ ਤੋਂ ਵੀ ਨਜ਼ਦੀਕ ਹੋ ਕੇ ਵਿਅਕਤੀ ਦੇ ਨਾਲ ਜਾਂਦੇ ਨੇ ਜੀ, ਅੰਗਾਂ ਤੋਂ ਵੀ ਨਜ਼ਦੀਕ ਹੋ ਕੇ। ਕਿਉਂ? ਹੱਥ ਬਾਹਰ ਹੈ, ਅੰਗ ਹੈ, ਅੰਗ ਨਾਲ ਆਇਆ। ਜੇ ਗੁਰੂ ਵਿੱਚ ਆਤਮ ਸੱਤਾ ਨਾ ਪਾਉਣ, ਹੱਥ ਹਿੱਲ ਨਹੀਂ ਸਕਦਾ ਹੈ ਜੀ। ਗੁਰੂ ਸਾਹਿਬ ਤੇ ਅੰਗਾਂ ਤੋਂ ਵੀ ਵੱਧ ਨੇੜੇ ਹੋ ਕੇ ਆਪਣੇ ਪਿਆਰੇ ਦੇ ਨਾਲ ਜਾਂਦੇ, ਜੇ ਪਿਆਰਾ ਬਣ ਕੇ ਵੇਖੀਏ ਜੀ। ਮਹਾਰਾਜ ਬਾਣੀ 'ਚ ਕਹਿੰਦੇ ਆ, ਬਾਬਾ ਬਿਧੀ ਚੰਦ ਜੀ ਜਦੋਂ ਘੋੜੇ ਲੈ ਕੇ ਆਏ ਆ ਨਾ, ਤੇ ਰਸਤੇ 'ਚ ਸ਼ਬਦ ਪੜ੍ਹਦੇ ਆਏ ਆ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਮੇਰੇ ਨਾਲ ਮੇਰਾ ਗੁਰੂ ਹੈ ਕਹਿਣ ਲੱਗੇ। ਗੁਰੂ ਅੰਗ ਸੰਗ ਰਹਿੰਦੇ ਆ। ਕਿੱਥੇ ਕੋਈ ਕਾਬਲ 'ਚ ਬੈਠਾ ਸੰਗਤ ਦੀ ਅਰਦਾਸਾਂ ਕਰ ਰਿਹਾ, ਗੁਰੂ ਅਰਜਨ ਦੇਵ ਜੀ ਉੱਥੇ ਜਾ ਕੇ ਉਹਦੀਆਂ ਅਰਦਾਸਾਂ ਸੁਣ ਰਹੇ ਨੇ ਜੀ। ਇਸ ਤਰ੍ਹਾਂ ਮਹਾਰਾਜ ਆਪਣੇ ਪਿਆਰਿਆਂ ਦੇ ਨਾਲ ਰਹਿੰਦੇ ਆ। ਇਹ ਤਾਂ ਪੁਰਾਤਨ ਸਾਖੀ। ਮੇਰੇ ਨਾਲ ਨਵੀਨਤਾ ਦੀਆਂ ਵੀ ਬੇਨਤੀਆਂ ਕਰਦੇ ਆ ਪਿਆਰਿਓ। ਇੱਕ ਨਹੀਂ, ਬੜੇ ਪ੍ਰਮਾਣ ਨੇ ਜਿਹੜੇ ਨਾਮ ਜਪਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਨਾਲ ਰਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਦੇ ਨੇ ਜੀ, ਨਾਲ ਰਹਿ ਕੇ ਦੂਰ ਕਰਦੇ ਨੇ ਜੀ। ਭਾਈ ਰਣਧੀਰ ਸਿੰਘ ਜੀ ਦਾ ਪ੍ਰਮਾਣ ਹੈ, ਜੇਲ੍ਹ ਵਿੱਚ ਨੇ ਤੇ ਪਿਆਰਿਓ ਜੇਲਰ ਆ ਕੇ ਵੇਖਦਾ, ਚਿਹਰਾ ਖੁਸ਼ ਹੈ। ਪੁੱਛਿਆ, ਰਣਧੀਰ ਸਿੰਘ ਤੇਰੇ ਨਾਲ ਕੋਈ ਨਹੀਂ ਹੈ, ਤੂੰ ਖੁਸ਼ ਕਿਉਂ ਹੈ? ਦੱਸਦੇ ਹੈ, ਕਹਿੰਦੇ ਮੇਰੇ ਨਾਲ ਕਲਗੀਆਂ ਵਾਲਾ ਹੈ, ਮੇਰੇ ਨਾਲ ਮੇਰਾ ਗੁਰੂ ਹੈ, ਮੈਂ ਇਕੱਲਾ ਨਹੀਂ ਹਾਂ। ਬੜੀ ਵੱਡੀ ਗੱਲ ਹੈ। ਇਹਨੂੰ ਗੁਰਮੁਖ ਪਿਆਰੇ ਇਉਂ ਵੀ ਕਹਿੰਦੇ ਆ, ਹਾਜ਼ਰ ਨਾਜ਼ਰਤਾ ਦਾ ਆਭਾਸ ਹੋਣਾ ਜੀ। ਕਈ ਅਭਿਆਸ ਕਰਦੇ ਆ ਆਪਣੇ ਆਪ ਨੂੰ ਮਹਿਸੂਸ ਕਰਨਾ ਵੀ ਅਸੀਂ ਗੁਰੂ ਜੀ ਦੀ ਹਾਜ਼ਰੀ ਵਿੱਚ ਹੈ, ਗੁਰੂ ਸਾਡੇ ਨਾਲ ਹੈ। ਅਭਿਆਸ ਕਰਦੇ ਆ। ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਉਂਦਾ ਜਦੋਂ ਲਾਗੇ ਬੈਠਿਆਂ ਦੇ ਝਲਕਾਰੇ ਵੱਜਣ ਲੱਗ ਪੈਂਦੇ ਨੇ ਜੀ। ਆਖੋ
ਵਾਹਿਗੁਰੂ। ਕਹਿੰਦੇ ਸਿੱਖਾਂ ਨੇ ਵਿਚਾਰ ਕੀਤੀ, ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਦੇ ਰੋਜ਼ ਨੇੜੇ ਹੀ ਰਹਿੰਦੇ ਆ। ਹਾਂਜੀ, ਜਿਮ ਪੈਸੇ ਕਰ ਬਾਏਂ ਦਾਏਂ। ਜਿਵੇਂ ਮਹਾਰਾਜ ਉਹ 5 ਪੈਸੇ ਕਦੀ ਸੱਜੇ ਹੱਥ ਤੇ ਕਦੀ ਖੱਬੇ ਹੱਥ ਤੇ ਰੱਖਦੇ ਸਨ। ਸਤਿਗੁਰ ਧਾਰੇ ਸਭਨ ਬਤਾਏ। ਤੇ ਮਹਾਰਾਜ ਨੇ ਦੱਸਿਆ ਸੀਗਾ ਵੀ ਕਾਬਲ ਚ ਕਟਾਰੂ ਰਹਿੰਦਾ ਹੈ, ਉਹਦਾ ਭਾਰ ਪੂਰਾ ਕਰ ਰਹੇ ਆ। ਸੰਗਤਾਂ ਨੇ ਭਾਈ ਕਟਾਰੂ ਜੀ ਦੇ ਦਰਸ਼ਨ ਕਰ ਲਏ, ਵਾਕਈ ਪਤਾ ਲੱਗ ਗਿਆ ਜੀ। ਹਾਂਜੀ, ਸੁਜਸ ਬਿਸਦ ਗਇਓ ਪਸਰਿਓ ਸਾਰੇ। ਮਹਾਰਾਜ ਜੀ ਦਾ ਸੁਜਸ ਫੈਲ ਗਿਆ ਜੀ। ਸਾਰੇ ਇੱਕੋ ਗੱਲ ਕਹਿੰਦੇ ਆ, ਗੁਰੂ ਅਰਜਨ ਦੇਵ ਜੀ ਪੂਰੇ ਨੇ। ਹਾਂਜੀ, ਸਿੱਖ ਹੋਣ ਹੈ ਆਨ ਹਜ਼ਾਰੇ। ਹਜ਼ਾਰਾਂ ਲੋਕ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਬਣੇ ਹਨ। ਆਖੋ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਆਪਣੇ ਪਿਆਰ ਵਾਲਿਆਂ ਦੀ ਰਾਖੀ ਕਰਦੇ ਆ, ਆਪਣੇ ਪਿਆਰ ਵਾਲਿਆਂ ਨੂੰ ਬਚਾਉਂਦੇ ਆ। ਪਿਆਰਿਓ, ਪਿਆਰ ਵਾਲਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦੇ ਨੇ ਮਹਾਰਾਜ। ਹੁਣ ਆਓ, ਅੱਜ ਸਾਡੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਦੇ ਦਿਨ ਸੱਚਖੰਡ ਵਿੱਚ ਜਾ ਬਿਰਾਜੇ ਸਨ ਜੀ। ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੀ। ਮੈਂ ਮਹਾਰਾਜ ਦੇ ਗੁਰਤਾ ਗੱਦੀ ਪੁਰਬ ਤੇ ਵੀ ਬੇਨਤੀ ਕੀਤੀ ਸੀ, ਜਿੰਨੀ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਕੋਈ ਵਿਅਕਤੀ ਨਹੀਂ ਕਰ ਸਕਦਾ, ਰੱਬ ਹੀ ਕਰ ਸਕਦਾ ਹੈ ਜੀ। ਗੁਰੂ ਅੰਗਦ ਦੇਵ ਮਹਾਰਾਜ ਵਿੱਚ ਬੜਾ ਵੱਡਾ ਗੁਣ ਸੀ ਸਾਡੇ ਸਤਿਗੁਰੂ ਵਿੱਚ। ਗੁਰੂ ਨਾਨਕ ਦੇਵ ਜੀ ਦਾ ਹੁਕਮ ਜਿਵੇਂ ਉਹਨਾਂ ਨੇ ਮੰਨਿਆ ਜੀ, ਸਭ ਕੁਝ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਸਮਝਿਆ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਇੰਝ ਸੇਵਾ ਕੀਤੀ ਹੈ ਜਿਵੇਂ ਪੁੱਤਰ ਵੀ ਨਹੀਂ ਕਰ ਸਕਦੇ ਜੀ। ਸੇਵਕ ਕਿਵੇਂ ਦਾ ਹੁੰਦਾ ਹੈ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ 'ਚੋਂ ਪਤਾ ਲੱਗਦਾ ਹੈ। ਅੱਜ ਮਹਾਰਾਜ ਦਾ ਜੋਤੀ ਜੋਤ ਹੈ। ਮਹਾਰਾਜ ਦਾ ਇੱਕ ਬਚਨ ਸੁਣ ਲਓ ਬਾਣੀ ਦਾ। ਮਹਾਰਾਜ ਕਹਿੰਦੇ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ। ਚਾਕਰ ਜਿਹੜਾ ਹੈ, ਨੌਕਰ ਜਿਹੜਾ ਹੈ, ਨਾਲੇ ਨੌਕਰੀ ਕਰਦਾ, ਨਾਲੇ ਹੰਕਾਰ ਦੀਆਂ ਗੱਲਾਂ ਕਰਦਾ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ, ਸਿੱਖੋ, ਐਸਾ ਨੌਕਰ ਕਦੀ ਵੀ ਮਾਲਕ ਨੂੰ ਪ੍ਰਵਾਨ ਨਹੀਂ ਚਾਹੁੰਦਾ। ਅਸੀਂ ਕੀ ਆ? ਹਮ ਚਾਕਰ ਗੋਬਿੰਦ ਕੇ। ਗੱਜ ਕੇ ਆਖੋ ਵਾਹਿਗੁਰੂ। ਠੀਕ ਹੈ, ਇੱਥੇ ਅਫਸਰ ਕੋਈ ਬੈਠਾ ਹੋ ਸਕਦਾ, ਇੱਥੇ ਕੋਈ ਦੁਕਾਨਦਾਰ ਬੈਠਾ ਹੋ ਸਕਦਾ ਹੈ, ਪਰ ਅਸੀਂ ਸਾਰੇ ਆਪਣੇ ਮਾਲਕ ਦੇ ਚਾਕਰ ਹਾਂ। ਗੁਰੂ ਅੰਗਦ ਦੇਵ ਜੀ ਕਹਿੰਦੇ ਆ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਧ। ਨਾਲ ਮਾਰ ਕਹਿੰਦੇ, ਸਿੱਖੋ, ਆਪ ਗਵਾਏ ਸੇਵਾ ਕਰੇ। ਜਿਹੜਾ ਆਪਣਾ ਆਪ ਗਵਾ ਕੇ, ਆਪਣੀ ਹਉਮੈ ਤਿਆਗ ਕੇ ਆਪਣੇ ਮਾਲਕ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ ਤਾਂ ਕਿਛ ਪਾਏ ਮਾਣ, ਫਿਰ ਉਹਨੂੰ ਕੁਛ ਮਾਣ ਮਿਲਦਾ। ਮਹਾਰਾਜ ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਹਿ ਕੇ ਬੜਿਆਂ ਨੂੰ ਦਰਸ਼ਨ ਦਿੱਤੇ, ਬੜਿਆਂ ਨੂੰ ਤਾਰਿਆ, ਬੜਿਆਂ ਦੇ ਉੱਤੇ ਰਹਿਮਤਾਂ ਕੀਤੀਆਂ, ਨਾਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਜੀ। ਇੱਕ ਬਚਨ ਮਹਾਰਾਜ ਦਾ ਸੁਣਿਓ ਧਿਆਨ ਨਾਲ। ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਜਦੋਂ ਨਿਤਨੇਮ ਕਰਕੇ ਬਾਹਰ ਆਉਂਦੇ ਸਨ ਨਾ, ਬੜੇ ਬੜੇ ਰੋਗੀ ਲਾਈਨਾਂ 'ਚ ਲੱਗੇ ਹੁੰਦੇ ਸਨ ਜੀ। ਜਦੋਂ ਮਹਾਰਾਜ ਨੇ ਬਾਹਰ ਆਉਣਾ, ਜਿਹਦੇ ਤੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਸੀ ਨਾ, ਸਾਧ ਸੰਗਤ ਜੀ, ਉਹ ਨਵਾਂ ਨਰੋਇਆ ਰਾਜੀ ਖੁਸ਼ੀ ਹੋ ਜਾਂਦਾ ਸੀਗਾ ਜੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਵਰਸਦਾ ਹੈ। ਭੱਟ ਜੀ ਆਪਣੇ ਸਵਈਆਂ 'ਚ ਕਹਿੰਦੇ, ਹੇ ਗੁਰੂ ਅੰਗਦ ਦੇਵ ਸਾਹਿਬ, ਤੁਹਾਡੀ ਦ੍ਰਿਸ਼ਟੀ 'ਚ ਅੰਮ੍ਰਿਤ ਵਰਸਦਾ ਹੈ। ਆ ਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਮਹਾਰਾਜ, ਜਿਸ ਉੱਤੇ ਤੁਹਾਡੀ ਦ੍ਰਿਸ਼ਟੀ ਪੈ ਜਾਵੇ, ਤੁਸੀਂ ਉਹਨੂੰ ਸ਼ੁਭ ਕਰ ਦਿੰਦੇ ਹੋ, ਤੁਸੀਂ ਉਹਦੇ ਅੰਦਰ ਤੇ ਪਾਪਾਂ ਨੂੰ ਦੂਰ ਕਰ ਦਿੰਦੇ ਹੋ। ਕਿੱਡੇ ਵੱਡੇ ਹੋਣਗੇ ਗੁਰੂ ਅੰਗਦ ਦੇਵ ਸਾਹਿਬ। ਗੁਰੂ ਅਮਰਦਾਸ ਜੀ ਸਾਰੀ ਉਮਰ ਪਹਿਲਾਂ ਗੰਗਾ ਦੇ ਇਸ਼ਨਾਨ ਕਰਦੇ ਰਹੇ ਹੈ। ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਤਨ ਮਨ ਹੀ ਠੰਡਾ ਹੋ ਗਿਆ ਜੀ। ਭੱਟ ਜੀ ਲਿਖਦੇ ਆ, ਕਹਿੰਦੇ, ਕਾਲਖ ਖੰਨ ਉਤਾਰ
ਕਹਿੰਦੇ ਮਹਾਰਾਜ ਜਿਵੇਂ ਕੋਈ ਚੀਜ਼ ਧਰਤੀ ਤੇ ਜੰਮ ਜਾਵੇ, ਤੇਜ਼ ਪਾਣੀ ਪਾ ਕੇ ਪ੍ਰੈਸ਼ਰ ਦੇ ਨਾਲ ਉਸ ਚੀਜ਼ ਨੂੰ ਅਸੀਂ ਪੁੱਟਦੇ ਹਾਂ। ਮਹਾਰਾਜ ਜਨਮਾਂ ਜਨਮਾਂ ਦੇ ਪਾਪ ਜਿਹੜੇ ਬੰਦੇ ਦੇ ਮਨ ਉੱਤੇ ਦੱਬੇ ਹੁੰਦੇ ਆ, ਲੱਗੇ ਹੁੰਦੇ ਆ, ਜਦੋਂ ਤੁਹਾਡੀ ਦ੍ਰਿਸ਼ਟੀ ਪੈਂਦੀ ਹੈ ਨਾ, ਉਹ ਪਾਪ ਵੀ ਪੁੱਟੇ ਜਾਂਦੇ ਨੇ ਜੀ। ਗੁਰੂ ਅੰਗਦ ਦੇਵ ਜੀ ਦੀ ਸਿਫਤ 'ਚ ਸਾਧ ਸੰਗਤ ਜੀ ਰਾਮ ਕਲੀ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪਰ ਜਵਾਨੀ ਦੀ ਉਮਰ ਹੈ, ਬਹੁਤੀ ਵੱਡੀ ਉਮਰ ਨਹੀਂ ਹੈ। ਗੁਰਬਾਣੀ ਦੇ ਅਨੁਸਾਰ ਬੰਦਾ ਬੁੱਢਾ ਕਦੋਂ ਹੁੰਦਾ ਹੈ, ਇਹਨੂੰ ਧਿਆਨ ਨਾਲ ਸੁਣਿਓ। ਅਸੀਂ ਹਾਸੇ ਨਾ ਕਹਿ ਲੈਂਦੇ, ਜਿਹਦੀ ਦਾੜੀ ਚਿੱਟੀ ਹੋਣੀ ਸ਼ੁਰੂ ਹੋ ਜਾਵੇ, ਕੇਸ ਚਿੱਟੇ ਹੋਣੇ ਸ਼ੁਰੂ ਹੋ ਜਾਣ, ਹਾਸੇ ਨਾ ਕਹਿ ਦਿੰਦੇ ਤੂੰ ਬੁੱਢਾ ਹੋਣ ਲੱਗ ਪਿਆ। ਪਰ ਗੁਰਬਾਣੀ ਦੇ ਅਨੁਸਾਰ 60 ਕੇ ਬੁਢੇਪਾ ਹੈ। ਜਦੋਂ 60 ਸਾਲ ਉਮਰ ਆਉਂਦੀ ਹੈ ਨਾ, ਉਦੋਂ ਬੁਢੇਪਾ ਆਉਣਾ ਸ਼ੁਰੂ ਹੁੰਦਾ ਹੈ। 60 ਸਾਲ ਤੋਂ ਪਹਿਲਾਂ ਦੇ ਬੰਦੇ ਨੂੰ ਬੁੱਢਿਆ ਨਹੀਂ ਕਿਹਾ ਜਾ ਸਕਦਾ ਜੀ। ਅਜੇ ਮਹਾਰਾਜ ਦੀ ਕੋਈ ਬਜ਼ੁਰਗੀ ਵਾਲੀ ਉਮਰ ਨਹੀਂ ਹੈ, ਜਵਾਨੀ ਦੀ ਅਵਸਥਾ ਹੈ। ਪਿਆਰਿਓ, ਜਵਾਨੀ ਦੀ ਅਵਸਥਾ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਭ ਨੂੰ ਦੱਸ ਕੇ ਸਰੀਰ ਤਿਆਗਿਆ ਜੀ। ਸਿੱਖ ਬੈਰਾਗ ਕਰਨ। ਕਿਉਂ? ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਬੜਾ ਥੋੜਾ ਸਮਾਂ ਮਹਾਰਾਜ ਗੱਦੀ ਤੇ ਬੈਠੇ, ਤੇ ਮਹਾਰਾਜ ਹੁਣ ਸਾਨੂੰ ਕਿਹਦੇ ਲੜ ਲਾ ਕੇ ਜਾਓਗੇ? ਮਹਾਰਾਜ ਨੇ ਗੁਰੂ ਅਮਰਦਾਸ ਜੀ ਦਾ ਨਾਮ ਲਿਆ ਜੀ। ਗੁਰੂ ਅੰਗਦ ਦੇਵ ਜੀ ਦੀ ਲੜੀਵਾਰ ਕਥਾ ਹੋਈ ਸੀ, ਬੜੇ ਕੌਤਕ ਗੁਰੂ ਅੰਗਦ ਦੇਵ ਜੀ ਨੇ ਕੀਤੇ ਜੀ। ਅੱਜ ਦੇ ਦਿਨ ਸਰੀਰ ਰੂਪ ਜੋਤ ਜਿਹੜੀ ਹੈ ਉਹ ਵੀ ਫਿਰ ਮੱਧਮ ਪੈ ਗਈ ਜੀ। ਅੰਦਰ ਦੀ ਜਿਹੜੀ ਜੋਤ ਹੈ ਉਹ ਤੇ ਮਹਾਰਾਜ ਦੀ ਪਹਿਲਾਂ ਹੀ ਪਰਮੇਸ਼ਰ ਦੇ ਨਾਲ ਮਿਲੀ ਹੋਈ ਹੈ ਜੀ। ਬਾਹਰੋਂ ਜਿਹੜਾ ਅੱਜ ਦੇ ਦਿਨ ਮਹਾਰਾਜ ਦਾ ਜਿਹੜਾ ਸਰੀਰ ਸੀਗਾ ਉਹ ਸਾਧ ਸੰਗਤ ਜੀ ਛੁੱਟ ਗਿਆ ਸੀਗਾ ਜੀ। ਅੱਜ ਵੀ ਖਡੂਰ ਸਾਹਿਬ ਜਾਓ, ਉੱਥੇ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਆਖੋ ਵਾਹਿਗੁਰੂ। ਜਦੋਂ ਤੁਸੀਂ ਖਡੂਰ ਸਾਹਿਬ ਦਰਬਾਰ ਸਾਹਿਬ ਜਾਂਦੇ ਹੋ, ਇੱਕ ਹੈ ਬਾਹਰ ਪਾਲਕੀ ਸਾਹਿਬ, ਇੱਕ ਹੈ ਅੰਦਰ ਪਾਲਕੀ ਸਾਹਿਬ। ਜਿਹੜੀ ਅੰਦਰ ਪਾਲਕੀ ਸਾਹਿਬ ਹੈ ਨਾ, ਜਿੱਥੇ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਹੈ, ਇਹ ਉਹ ਥੜਾ ਹੈ ਜਿੱਥੇ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗਿਆ ਸੀਗਾ ਜੀ, ਜਿੱਥੇ ਸੰਸਕਾਰ ਹੋਇਆ ਮਹਾਰਾਜ ਦਾ ਜੀ। ਗੁਰੂ ਹਰਿ ਰਾਏ ਸਾਹਿਬ ਖਡੂਰ ਸਾਹਿਬ ਆਏ ਜੀ, 7ਵੇਂ ਪਾਤਸ਼ਾਹ। ਜਦੋਂ ਮਹਾਰਾਜ ਖਡੂਰ ਸਾਹਿਬ ਗਏ ਨਾ ਜੀ, ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਲਈ ਪਲੰਘ ਲਾਇਆ ਗਿਆ, ਬਿਸਤਰਾ ਵਿਛਾਇਆ ਗਿਆ। ਅੱਜ ਅਸੀਂ ਵੀ ਗੁਰੂ ਧਾਮਾਂ ਤੇ ਜਾਂਦੇ ਹਾਂ ਪਿਆਰਿਓ, ਪਹਿਲਾਂ ਸੋਚਦੇ ਸਾਡਾ ਕਮਰਾ ਬੁੱਕ ਹੋਵੇ, ਸਾਡੇ ਲਈ ਵਧੀਆ ਪ੍ਰਬੰਧ ਹੋਵੇ। ਗੁਰੂ ਹਰਿ ਰਾਏ ਸਾਹਿਬ ਮਾਲਕ ਨੇ, ਗੁਰਤਾ ਗੱਦੀ ਤੇ ਬੈਠੇ ਹੋਏ ਨੇ, ਕੁੱਲ ਦੁਨੀਆ ਦੇ ਮਾਲਕ ਨੇ। ਸਿੱਖਾਂ ਨੇ ਪਲੰਘਾ ਲਾਇਆ, ਆਰਾਮ ਕਰਨ ਦਾ ਪ੍ਰਬੰਧ ਕੀਤਾ। ਗੁਰੂ ਹਰਿ ਰਾਏ ਸਾਹਿਬ ਕਹਿੰਦੇ ਨਹੀਂ ਸਿੱਖੋ, ਅਸੀਂ ਉਸ ਥਾਂ ਤੇ ਆਏ ਹਾਂ ਜਿੱਥੇ ਗੁਰੂ ਅੰਗਦ ਦੇਵ ਜੀ ਦੇ ਸਰੀਰ ਦਾ ਸੰਸਕਾਰ ਹੋਇਆ, ਅਸੀਂ ਧਰਤੀ ਤੇ ਪੁੰਜੇ ਹੀ ਲੰਮੇ ਪਵਾਂਗੇ। ਮਹਾਰਾਜ ਉਹਦੇ ਲਾਗੇ ਹੀ ਲੰਮੇ ਪਏ ਸਨ ਜੀ। ਸੋ ਅੱਜ ਦੇ ਦਿਨ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਹੈ। ਆਓ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇ। ਕੋਈ ਵੀ ਗੁਰੂ ਸਾਹਿਬ ਹੋਣ, ਗੁਰਤਾ ਗੱਦੀ ਪੁਰਬ ਹੋਵੇ, ਜੋਤੀ ਜੋਤ ਹੋਵੇ, ਆਗਮਨ ਹੋਵੇ, ਉਸ ਦਿਨ ਉਸ ਗੁਰੂ ਜੀ ਨੂੰ ਜ਼ਰੂਰ ਯਾਦ ਕਰਿਆ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਸਾਰੀ ਸੰਗਤ ਕਹੋ ਜੀ, ਜੋਤੀ ਜੋਤ ਰਲੀ, 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 ਜੋਤੀ ਜੋਤ
ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਕਿਰਪਾ ਕਰਨ। ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਜ਼ਰੂਰ ਅੱਜ ਦੇ ਦਿਨ ਯਾਦ ਕਰਨਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਜੀਵਾਂ ਉੱਤੇ ਬਹੁਤ ਉਪਕਾਰ ਕੀਤੇ ਹਨ। 63 ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇੱਕ ਸ਼ਲੋਕ ਤੁਹਾਨੂੰ ਯਾਦ ਹੋਏਗਾ, ਮਹਾਰਾਜ ਜੀ ਦੀ ਬਾਣੀ, ਜੇ 100 ਚੰਦਾ ਉਗਵਹਿ। ਸਿੱਖੋ, 100 ਚੰਦ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਚੇਤਾ ਰੱਖਿਓ ਜੇ ਗੁਰੂ ਨੂੰ ਧਾਰਨ ਨਹੀਂ ਕੀਤਾ ਤੇ ਤੁਹਾਡੀ ਜ਼ਿੰਦਗੀ 'ਚ ਅੰਧਕਾਰ ਹੀ ਰਹਿਣਾ ਹੈ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ, ਗੁਰ ਬਿਨ ਘੋਰ ਅੰਧਾਰ। ਮਹਾਰਾਜ ਕਿਰਪਾ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਰਹਿ ਗਏ।